ਵਾ ਇਹਦਾ ਸਪਿੰਡਲ ਜੇ ਕੋਈ ਪਤਾ ਨਹੀਂ ਕਿਹੜੇ ਵੇਲੇ ਬੰਨੇ ਨਾਲ ਵੱਜ ਕੇ ਕੋਈ ਟੁੱਟ ਜਾਣਾ, ਖਾਲ ਡੰਗਾਂ ਲੱਗਿਆ ਟੁੱਟ ਜਾਣਾ। ਤੇ ਬੜੀ ਮਿਹਰਬਾਨੀ ਆ ਕੰਪਨੀ ਦੀ। ਕੰਪਨੀ ਇਹਨੇ ਨੇ ਪੈਸੇ ਲੈਣ ਦੀ, ਬੰਦਾ 35-40 ਲੱਖ ਰੁਪਈਆ ਭਰ ਕੇ ਆਉਂਦਾ ਤੇ ਸਪਿੰਡਲ ਦੀ। अस्सलाम वालेकुम दोस्तों, लो जी दोस्तों, ट्रैक्टर फिएट 640 तुर्की मॉडल ते इधर खड़ा है दबंग ते इधर दो बब्बर शेर खड़े ने, एक खरे 640 है ते एक 480 आ। वाहवा दूर ही फसे ने, दोवें 640 है जी, वाहवा हटवें फसे आ। ये ट्रैक्टर कढ़ते हैं, फिर इन्हों की परफॉर्मेंस वीडियो विखालते हैं भी किदां किदां कढ़ने हैं ट्रैक्टर। और ये ट्रैक्टर कल दे फसे, तकरीबन इन्होंने फसिया 24 घंटे हो गए ने। ते इधर एक इन्हों की मदद वास्ते आया 640 2017 मॉडल आ। तकरीबन इत्थे 5 ट्रैक्टर आ साडे कोल, 5 न्यू होलैंड फिएट कंपनी दे ने ते इन्हां दे ओनर साडे नाल मौजूद आ। इन्हां नाल असीं गलबात करदे आ। अस्सलाम वालेकुम जी। जी भाईजान की हाल चाल जे? अल्लाह पाक दा शुक्र है जी भाईजान की नाम जे अपना? मेरा नाम जी अब्दुल्ला शहजाद। अच्छा भाई, ये की मसला बनया वा भी इस एक मरब्बे च 5-6 ट्रैक्टर फसा के बैठे, की मसला बनया पहले साडे दोस्तां नूं ये दसो। भाई जान बारिश हो गई ज़्यादा ते कुछ सेम दा पानी आ गया, साडे लागों सेम लंघदी आ ते इस वजह करके अपना पैलियां ज़्यादा गल गईयां ने। कोई दोस्त ऐसे सी जिन्हां नूं मोड़ नहीं सके, जिहदी वजह करके असीं आए सी कद्दू करन वास्ते ते फिर कोई मसले मसाइल बन गए ते अल्लाह पाक दा शुक्र है जानी नुकसान कोई नहीं होया। बाकी असीं कंपनी अगे जिहड़ी आ न्यू होलैंड कंपनी दे अगे अपील करने आ कि तुहाडी बड़ी मेहरबानी आ, थोड़ी जी तवज्जो करो इहदे ते। असीं इहदे बड़े जनूनी लवर आ इस कंपनी दे। इहदे को अगले हिस्से ते कोई अपना को कीता जावे, चेंजिंग कीती जावे। ये किहड़े ट्रैक्टर दे बारे दस रहे जे? असीं जी आ जिहड़ा इटली मॉडल 79 मॉडल आ ना, इहदे बारे गल कर रहे आ। जान के 640 ते गलबात 640 हुण इटली मॉडल ते लभणे कोई नहीं सानू, ना तुर्की ना इटली, ओह गल मुक गई। बिल्कुल इदां ही जिहड़े अगे ओह नਵੇਂ बना रहे ने ਉਹਨਾਂ ਦੇ ਉੱਤੇ ਕੋਈ ਥੋੜਾ ਜਿਹਾ ਨਜ਼ਰਸਾਨੀ ਕਰਨ ਕੰਪਨੀ ਕਰੇ ਕਿ ਇਹਦਾ ਅਗਲਾ ਹਿੱਸਾ ਜਿਹੜਾ ਵਾ ਇਹਦਾ ਸਪਿੰਡਲ ਜੇ ਕੋਈ ਪਤਾ ਨਹੀਂ ਕਿਹੜੇ ਵੇਲੇ ਬੰਨੇ ਨਾਲ ਵੱਜ ਕੇ ਕੋਈ ਟੁੱਟ ਜਾਣਾ, ਖਾਲ ਡੰਗਾਂ ਲੱਗਿਆ ਟੁੱਟ ਜਾਣਾ। ਤੇ ਬੜੀ ਮਿਹਰਬਾਨੀ ਆ ਕੰਪਨੀ ਦੀ। ਕੰਪਨੀ ਇਹਨੇ ਨੇ ਪੈਸੇ ਲੈਣ ਦੀ, ਬੰਦਾ 35-40 ਲੱਖ ਰੁਪਈਆ ਭਰ ਕੇ ਆਉਂਦਾ ਤੇ ਸਪਿੰਡਲ ਦੀ ਸਾਨੂੰ ਇੱਕ ਅੱਧੇ ਘੰਟੇ ਦੀ ਵੀ ਗਰੰਟੀ ਹੈ ਨਹੀਂ ਵੀ ਉਹ ਸਪਿੰਡਲ ਸਾਡਾ ਸਹੀ ਸਲਾਮਤ ਘਰ ਚੱਲ ਜਾਏਗਾ। ਦੂਸਰੀ ਗੱਲ ਇਹ ਆ ਕਿ ਆਪਣਾ ਕੁਝ ਚੇਂਜਿੰਗਾਂ ਨੇ ਇਹਦੇ ਪਿਛਲੇ ਹਿੱਸੇ ਦੇ ਵਿੱਚ ਆਪਣਾ ਜ਼ਿਆਦਾ ਖੁੱਬ ਖਵਾਈਆ ਹੋ ਜਾਵੇ ਤੇ ਫਿਰ ਆਪਣਾ ਪਿਛਲੇ ਹਿੱਸੇ ਪਾਣੀ ਵੀ ਪੈ ਜਾਂਦਾ। ਜ਼ਿਆਦਾ ਦੇਰ ਅਗਰ ਟਰੈਕਟਰ ਰਹਿੰਦਾ ਵਾ ਪਾਣੀ ਦੇ ਵਿੱਚ ਤੇ ਪਾਣੀ ਪੈਣ ਦਾ ਵੀ ਖਤਰਾ ਹੈਗਾ। ਤੇ ਬੜੀ ਮਿਹਰਬਾਨੀ ਆ ਕੰਪਨੀ ਦੇ ਅੱਗੇ ਕਿ ਕੰਪਨੀ ਮਿਹਰਬਾਨੀ ਕਰਕੇ ਤੇ ਇਹਦੇ ਕੋਈ ਪਿਛਲੇ ਹਿੱਸੇ ਤੇ ਕੋਈ ਅਗਲੇ ਹਿੱਸੇ ਤੇ ਇੰਜਨ ਟਰੈਕਟਰ ਦੀ ਲਾਈਫ ਜਿਹੜੀ ਆ ਉਹ ਬਹੁਤ ਅੱਛੀ ਆ ਦੂਸਰੀਆਂ ਕੰਪਨੀਆਂ ਦੀ ਨਿਸਬਤ। ਤੇ ਸਾਡੇ ਇਲਾਕੇ ਦੇ ਵਿੱਚ ਲੋਕ ਆਸਤਾ ਆਸਤਾ ਹੁਣ ਸ਼ਿਫਟ ਹੋਈ ਜਾਂਦੇ ਨੇ, ਕੋਈ 85 ਵੱਲ ਨੂੰ, ਕੋਈ ਨਵੀਆਂ ਕੰਪਨੀਆਂ ਆਉਂਦੀਆਂ ਨੇ ਉਹਨਾਂ ਵੱਲ ਨੂੰ। ਠੀਕ ਆ, ਤੇ ਮਿਹਰਬਾਨੀ ਕਰੇ ਕੰਪਨੀ ਤੇ ਕੰਪਨੀ ਥੋੜਾ ਜਿਹਾ ਇਹਨਾਂ ਦੇ ਉੱਤੇ ਨਾ ਆਪਣਾ ਕੋਈ ਨਜ਼ਰਸਾਨੀ ਕਰੇ, ਕੋਈ ਖਿਆਲ ਆਪਣਾ ਕਰਨ ਇਹਨਾਂ ਦਾ ਤੇ ਕੋਈ ਥੋੜਾ ਬਿਹਤਰੀ ਲਿਆਉਣ। ਨਾਲੇ 40 ਸਾਲ ਤੋਂ ਬਲਕਿ ਪਿਛਲੇ 70 ਸਾਲ ਤੋਂ ਉਹੀ ਪੁਰਾਣਾ ਡਿਜ਼ਾਈਨ ਜਿਹੜਾ ਉਹ ਚੱਲਦਾ ਆ ਰਿਹਾ। ਇੰਨੀਆਂ ਕੰਪਨੀਆਂ ਆਈਆਂ ਨੇ, ਹਰ ਕੰਪਨੀ ਚੇਂਜਿੰਗ ਲੈ ਕੇ ਆਉਂਦੀ ਆ ਤੇ ਇਹਨਾਂ ਦਾ ਅਗਲੇ ਹਿੱਸੇ ਦੀ ਕੋਈ ਚੇਂਜਿੰਗ ਨਹੀਂ, ਪਿਛਲੇ ਹਿੱਸੇ ਦੀ ਕੋਈ ਚੇਂਜਿੰਗ। ਚਲੋ ਨਾ ਕਰੋ, ਪਿਛਲੇ ਹਿੱਸੇ ਦੀ ਨਾ ਕਰੋ, ਤੁਹਾਡਾ ਇਦਾਂ ਹੀ ਸੂਤਰ ਰੱਖੋ, ਉਹਦੀਆਂ ਟੂਪਾਂ ਦੇ ਵਿੱਚ ਮਟੀਰੀਅਲ ਦੇ ਵਿੱਚ ਕੋਈ ਫਰਕ ਪਾਓ। ਆ ਜਿਹੜੇ ਟੋਟੇ ਟਟਾਈਏ ਨੇ ਇਹ ਤੁਹਾਡੇ ਸਾਹਮਣੇ ਆਪਣਾ ਟਿੱਕੀ ਐਕਸਲ ਆ। ਠੀਕ ਆ, ਇਹ ਜਨਮੰਤ ਨਹੀਂ ਇਹਨੂੰ ਕਹਿ ਸਕਦੇ, ਲੇਕਿਨ ਇਹ ਆ ਕਿ ਚਲੋ ਜੇ ਆਪਣਾ ਕਿਸੇ ਕੰਮ ਦਾ ਹੁੰਦਾ ਹੈ ਲੋਹਾ ਤੇ ਟੁੱਟਦਾ ਤੇ ਨਾ। ਠੀਕ ਆ, ਅੱਲਾ ਦਾ ਬੜਾ ਸ਼ੁਕਰ ਆ ਕਿ ਜਾਨੀ ਨੁਕਸਾਨ ਤੋਂ ਬਚ ਗਏ ਆ। ਤੇ ਬਾਕੀ ਇਹ ਆ ਕਿ ਅੱਲਾ ਪਾਕ ਦਾ ਬਹੁਤ ਹੀ ਸ਼ੁਕਰ ਆ। ਤੇ ਇਹ ਆ ਕਿ ਥੋੜਾ ਜਿਹਾ ਨਾ ਆਪਣਾ ਇਹ ਮਟੀਰੀਅਲ ਬਣਾਉਣ ਵਾਲੀ ਕੰਪਨੀਆਂ ਅੱਗੇ ਵੀ ਅਪੀਲ ਆ ਵੀ ਤੁਹਾਡੀ ਬੜੀ ਮਿਹਰਬਾਨੀ ਆ, ਕੋਈ ਥੋੜਾ ਬਿਹਤਰੀ ਕਰੋ, ਥੋੜੀ ਜੀ ਬਿਹਤਰੀ ਕਰੋ ਇਹਦੇ ਵਿੱਚ। ਅੱਛਾ ਭਾਈ, ਇਹਨੂੰ ਆ ਢੋਲ ਜਾ ਇੱਕ ਲਾਇਆ 640 ਨੂੰ, ਇਹ ਕੀ ਡਰਾਮਾ ਕੀਤਾ? ਇਹ ਜੀ ਅਸੀਂ ਆਪਣੀ ਮਦਦ ਆਪ ਦੇ ਤਹਿਤ ਨਾ ਇਹਦਾ ਹੰਡਾਲਕ ਦਾ ਤੇਲ ਵੱਖਰਾ ਕੀਤਾ। ਇਹਦਾ ਵੱਖਰਾ ਕਰਨ ਦਾ ਕੀ ਫਾਇਦਾ ਵਾ? ਇਹ ਭਾਈਆਂ ਨਾ ਵੱਖਰਾ ਕਰਨ ਦਾ ਫਾਇਦਾ ਇਹ ਆ ਕਿ ਇਹਦਾ ਪਿਛਲਾ ਹਿੱਸਾ ਥੋੜਾ ਕਚਰਾ ਬਣਾਉਂਦਾ ਸੀ, ਜਿਸ ਵਜ੍ਹਾ ਕਰਕੇ ਅਸੀਂ ਇਹ ਆਪਣਾ ਇਹਨੂੰ ਵੱਖਰਾ ਹੰਡਾਲਕ ਦਾ ਤੇਲ ਵੱਖਰਾ ਅਲੱਗਾ ਕੀਤਾ। ਇਹਦੇ ਨਾਲ ਹੰਡਾਲਕ ਨੂੰ ਕੋਈ ਮਸਲਾ ਮਸਾਇਲ? ਹੰਡਾਲਕ ਨੂੰ ਬਿਹਤਰੀ ਤੇ ਹੈ ਇਹਦੇ ਚ ਬਹੁਤ ਜ਼ਿਆਦਾ, ਵੱਖਰਾ ਕਰਨ ਨਾਲ। ਇਹ ਕਿੰਨੇ ਲੀਟਰ ਪੈਂਦਾ ਇਹ ਡਰਮ ਚ ਤੇਲ? ਇਹਦੇ ਵਿੱਚ ਅਸੀਂ ਪਾਇਆ ਜੀ 10 ਲੀਟਰ। ਸਹੀ। ਹੰਡਾਲਕ ਆਇਲੇ ਦੇ 10 ਲੀਟਰ ਪਾਇਆ। ਸਹੀ। ਤੇ ਇਹਦੇ ਨਾਲ ਹੰਡਾਲਕ ਦਾ ਹੋਇਆ ਕੋਈ ਮਸਲਾ ਹੱਲ ਕਿ ਨਹੀਂ? ਹਾਂਜੀ, ਅੱਲਾ ਦਾ ਸ਼ੁਕਰ ਆ, ਬਹੁਤ ਬਿਹਤਰੀਨ ਚੱਲ ਰਿਹਾ ਹੈ। ਸਹੀ। ਇਹ ਅਕਸਰ ਭਾਈ ਪੁਰਾਣੇ ਮਾਡਲਾਂ ਵਾਲਿਆਂ ਇਹ ਤੇਲ ਅਲੱਗਾ ਹੀ ਕੀਤਾ ਵਾ, ਇਹ ਕੰਪਨੀ ਨੂੰ ਚਾਹੀਦਾ ਨਹੀਂ ਕਿ ਨਵੇਂ ਮਾਡਲਾਂ ਦਾ ਵੀ ਤੇਲ ਅਲੱਗਾ ਹੀ ਕਰ ਛੱਡੇ ਤੇ ਜਾਬੀ ਮੁੱਕ ਜੇ। ਕੰਪਨੀ ਕੋ ਪਤਾ ਨਹੀਂ ਇੰਨੇ ਪੈਸੇ ਲੈਣ ਦਾ ਹੈ ਸਿਸਟਮ, ਤੇ ਇਹ ਖਰੇ ਉਹਨਾਂ ਕੋਲ ਲੋਹਾ ਹੈ ਨਹੀਂ ਇਸ ਕੰਪਨੀ ਦੇ ਕੋਲ ਵੀ ਜਿਹੜਾ ਇਹਦਾ ਐਡੇ ਵੱਡੇ ਟਰੈਕਟਰ ਬਣਾਉਣ ਦੇ 850 ਟਰੈਕਟਰ ਬਣਾਇਆ। ਠੀਕ ਆ, ਆਪਣੇ ਦੂਸਰਿਆਂ ਮੁਲਕਾਂ 'ਚੋਂ ਟਰੈਕਟਰ ਆਉਂਦੇ ਨੇ ਵਾਈਟੀਓ ਦੇ, ਉਹਨਾਂ ਸਾਰੇ ਟਰੈਕਟਰਾਂ ਦਾ ਜਿਹੜਾ ਹੰਡਾਲਕ ਤੇ ਅਲੱਗਾ ਵਾ, ਅਲੱਗ ਕੀਤਾ ਉਹਨਾਂ ਨੇ। ਇਹਨਾਂ ਦੇ ਕੋਲ ਖਰੇ ਕੋਈ ਡਰਮੀਆਂ ਇਹਨਾਂ ਨੂੰ ਉਹ ਨਹੀਂ ਮਿਲਦੀਆਂ ਜਾਂ ਕੀ ਚੱਕਰ ਆ ਕਿ ਉਹ ਆਪਣੇ ਇਹਦਾ ਤੇਲ ਕਿਉਂ ਨਹੀਂ ਅਲੱਗ ਕਰਦੇ।
ਕੰਪਨੀ ਨੂੰ ਕਿਸ ਚੀਜ਼ ਦਾ ਖਤਰਾ ਵਾ। ਠੀਕ ਆ ਅੱਛਾ ਭਾਈ, ਇਹ ਲੈਦਾ ਕਰ ਦੇਣ ਤੇ ਉਹ ਜਿਹੜਾ ਫਿਲਟਰ ਚੋਕ ਹੋਣ ਵਾਲੇ ਮਸਲੇ ਮਸਾਇਲ ਆ ਉਹ ਤਾਂ ਹਜ਼ਾਰ ਦੀ ਜਾਨ ਛੁੱਟ ਜੀਗੀ ਉਹਦੀ। ਮੈਂ ਕਿਹਾ ਜੀ ਉਹ ਤਾਹਯਾਤ ਕੀ ਜਿਸ ਬੰਦੇ ਦੀ ਜੇ ਇਸ ਅਗਰ ਹੰਡਾਲਕ ਦੀ ਲਾਈਫ ਹੈਗੀ ਨਾ, ਅਗਰ ਇਸ ਤਰੀਕੇ ਨਾਲ ਚੱਲਣ ਨਾਲ 5 ਸਾਲ, ਠੀਕ ਆ, ਤੇ ਉਹ ਮੇਰੀ ਅਕਲ ਦੇ ਮੁਤਾਬਕ 20 ਸਾਲ ਉਹ ਹੰਡਾਲਕ ਕਦੀ ਖਰਾਬ ਨਹੀਂ ਹੋਏਗਾ। ਸਹੀ, ਲੈਦਾ ਕਰਨ ਨਾਲ ਤੇਲ ਅਲੱਗਾ ਕਰਨ ਨਾਲ ਜ਼ਿਮੀਦਾਰ ਨੂੰ ਕੋਈ ਪਰੇਸ਼ਾਨੀ ਨਹੀਂ ਆਏਗੀ। ਸਹੀ। ਅੱਛਾ ਭਾਈ, ਇਹ ਅੱਗੇ ਵੀ ਇੰਨੀਆਂ ਬਾਰਿਸ਼ਾਂ ਹੁੰਦੀਆਂ ਨੇ, ਐਰਕਾਂ ਕੀ ਵਜ੍ਹਾ ਬਣੀ ਆ ਕਿ ਇਸ ਇਲਾਕੇ ਦੇ ਅੰਦਰ ਪਾਣੀ ਚੜਿਆ ਔਰ ਜ਼ਿੰਦਗੀ ਦੇ ਅੰਦਰ ਕਹਿ ਲਓ ਤੁਸੀਂ ਸਾਡੀ ਹੋਸ਼ ਦੇ ਅੰਦਰ ਸੇਮ ਨੇ ਪਹਿਲੀ ਦਫਾ ਪਾਣੀ ਬਾਹਰ ਕੱਢਿਆ, ਇਹ ਕੀ ਵਜ੍ਹਾ, ਇਸ ਇੰਤਜ਼ਾਮੀਆਂ ਕਿੱਥੇ ਰਹੀ ਹੈਗੀ, ਸੇਮ ਦੀ ਖੁਦਾਈ ਕਿਉਂ ਨਹੀਂ ਹੋ ਸਕੀ, ਇਹ ਕੀ ਵਜ੍ਹਾ ਬਣੀ ਆ? ਭਾਈ ਜਾਨ ਬਾਰਿਸ਼ਾਂ ਹੋਈਆਂ ਜ਼ਿਆਦਾ, ਜਿਨ੍ਹਾਂ ਦੀ ਵਜ੍ਹਾ ਕਰਕੇ ਜ਼ਿਮੀਦਾਰਾਂ ਨੇ ਮੋਗੇ ਸ਼ੋਗੇ ਆਪਣੇ ਬੰਦ ਕਰ ਦਿੱਤੇ। ਪਾਣੀ ਜਿਹੜਾ ਸੀ ਨਹਿਰਾਂ ਦਾ ਉਹ ਜ਼ਿਆਦਾ ਹੋ ਗਿਆ, ਨਹਿਰਾਂ ਦਾ ਪਾਣੀ ਨਹਿਰਾਂ ਟੁੱਟਣ ਦੀ ਵਜ੍ਹਾ ਕਰਕੇ ਪਾਣੀ ਉਹਨਾਂ ਨੇ ਪਾਇਆ ਇਸ ਸੇਮ ਦੇ ਵਿੱਚ। ਇਸ ਵਜ੍ਹਾ ਕਰਕੇ ਇਹ ਸੇਮ ਨੇ ਪਾਣੀ ਛਾਲ ਕੇ ਬਾਹਰ ਕੱਢਿਆ। ਸੇਮ ਦੀ ਕੋਈ ਖਲਾਈ ਵਗੈਰਾ ਨਹੀਂ ਸੀ ਹੋਈ ਪ੍ਰਾਪਰ ਤਰੀਕੇ ਨਾਲ, ਜਿੱਦਾਂ ਕਿ ਅਸੀਂ ਤਕਰੀਬਨ ਕੋਈ ਅੱਜ ਤੋਂ ਕੁਛ 6-7 ਸਾਲ ਪਹਿਲਾਂ ਸੁਣਿਆ ਸੀਗਾ ਵੀ ਆਪਣਾ ਨਾ ਸੇਮ ਦੀ ਖਲਾਈ ਹੋਈ, ਠੀਕ ਆ, ਤੇ ਉਸ ਤੋਂ ਬਾਅਦ ਕੋਈ ਸੇਮ ਦੀ ਖਲਾਈ ਨਹੀਂ ਹੋਈ, ਜਿਸ ਵਜ੍ਹਾ ਕਰਕੇ ਸੇਮ ਜ਼ਿਆਦਾ ਗੰਦੀ ਆ। ਜੋ ਪਾਣੀ ਜਿਹੜਾ ਨਾ ਪਾਣੀ ਪਿੱਛੋਂ ਦੋਹਾਂ ਨਹਿਰਾਂ ਦਾ ਆਉਣ ਡਿਆ, ਇਸ ਟਾਈਮ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਪਾਣੀ ਜਿਹੜਾ ਸੇਮ ਦਾ ਜਿਹੜਾ ਨਾ ਨਹਿਰ ਦਾ ਪਾਣੀ ਉਹ ਸੇਮ 'ਚ ਆ ਰਿਹਾ। ਸਹੀ ਠੀਕ ਹੈ, ਇਸ ਵਜ੍ਹਾ ਕਰਕੇ ਆਪਣਾ ਸੇਮ ਗੰਦੀ ਆ ਤੇ ਪਾਣੀ ਬਾਹਰ ਛਾਲਦੀ ਹੈ। ਸਹੀ, ਤਾਂ ਕਰਕੇ ਆ ਲਾਗੇ ਸੇਮ ਦੇ ਲਾਗੇ ਜਿਹੜਾ ਰਕਬਾ ਵਾ ਉਹ ਜ਼ਿਆਦਾ ਆਪਣਾ ਖਰਾਬ ਹੋਇਆ। ਇਹ ਦੇਖੋ ਤੁਹਾਡੇ ਲਾਗੇ ਕੈਮਰਾ ਘਮਾਓ, ਤੇ ਚਰੀਆਂ ਜਿਹੜੀਆਂ ਨੇ ਇਹ ਤਕਰੀਬਨ ਕੋਈ 7-7 8-8 ਫੁੱਟ ਇਹਨਾਂ ਦਾ ਕੱਦ ਸੀਗਾ, ਤੇ ਇਸ ਟਾਈਮ ਇਹ ਰਹਿ ਗਏ ਨੇ ਮੇਰਾ ਖਿਆਲ 3-3 4-4 ਫੁੱਟ, ਬਾਕੀ ਸਾਰੀਆਂ ਸੁੱਕ ਇਹ ਇਸ ਜਗ੍ਹਾ ਤੇ ਭਾਈ ਅਸੀਂ ਜਿੱਥੇ ਖੜੇ ਆ ਇੱਥੇ ਤਾਂ ਹੈ ਵਾ, ਜੇ ਇਸ ਤੋਂ ਥੋੜਾ ਜਿਹਾ ਅੱਗੇ ਚੱਲ ਜੀਏ ਤੇ ਬਿਲਕੁਲ ਗਰਕ ਹੋ ਗਈਆਂ ਨੇ। ਉੱਥੇ ਬਿਲਕੁਲ ਹੀ ਕੋਈ ਨਹੀਂ, ਬਿਲਕੁਲ ਕ੍ਰਾਸ ਕਰ ਜੀਏ ਨਾਲ ਸਾਡੇ ਚੱਕ ਵਾ ਧਰ ਵਾਲੀ ਚੱਕ ਨੰਬਰ 33, ਉਹਦਾ ਜ਼ਿਆਦਾ ਰਕਬਾ ਜਿਹੜਾ ਵਾ ਉਹ ਚਰੀਆਂ ਕਮਾਦ ਹਾਲੇ ਵੀ ਉੱਥੇ 3 ਤੋਂ 4 ਫੁੱਟ ਪਾਣੀ 3 ਮੌਜੂਦ ਤੋਂ ਆ। 4 ਫੁੱਟ ਪਾਣੀ ਮੌਜੂਦ ਆ। ਫਿਰ ਉਹ ਲੋਕਾਂ ਦੀਆਂ ਜ਼ਿਮੀਂਦਾਰਾਂ ਦੀਆਂ ਤੂੜੀਆਂ, ਜਿਹੜਾ ਜਿਹਨੂੰ ਕਣਕ ਦਾ ਭੂਸਾ ਕਿਹਾ ਜਾਂਦਾ, ਉਹ ਵੀ ਖਰਾਬ ਹੋਇਆ। ਸਹੀ ਠੀਕ ਆ, ਲੋਕਾਂ ਨੇ ਆਪਣੇ ਸਾਲ ਦਾ ਸਟੋਰ ਕੀਤਾ ਹੁੰਦਾ, ਉਹ ਵੀ ਖਰਾਬ ਹੋਇਆ ਪਿਆ। ਠੀਕ ਆ, ਕੋਈ ਜਿਨ੍ਹਾਂ ਲੋਕਾਂ ਨੇ ਗਰੀਬਾਂ ਨੇ ਕਿਸਾਨਾਂ ਨੇ ਤਿਲ ਬੀਜੇ ਸੀਗੇ ਉਹ ਵੀ ਖਰਾਬ ਹੋਏ ਨੇ। ਠੀਕ ਆ, ਤੇ 3-3 4-4 ਫੁੱਟ ਪਾਣੀ ਆ, ਮੂੰਜੀ ਲੱਗਣ ਦਾ ਵੀ ਅਜੇ ਕੋਈ ਮਹੀਨਾ ਜਾਂ 20 ਦਿਨ ਕੋਈ ਅਜੇ ਅਨੁਮਾਨ ਨਜ਼ਰ ਨਹੀਂ ਆਉਂਦੇ ਕਿ ਉਹ ਅਸੀਂ ਸਾਡੇ ਜ਼ਿਮੀਂਦਾਰ ਭਰਾ ਜਿਹੜੇ ਉਹ ਮੂੰਜੀ ਲਾ, ਯਾਨੀ ਕਿ ਸਮੇਂ ਮਾਰ ਕੱਲ ਹੋਈ ਗਈ, ਕਣਕ ਦੀ ਘੁੰਮਣ ਨੇ ਘਰ ਛੜੀ, ਰੇਟ ਨਾ ਮਿਲਿਆ, ਤੇ ਦੂਸਰੀ ਜਿਹੜੀ ਆ ਮੌਸਮ ਦੀ ਹੋ ਗਈ ਕੱਲ। ਅੱਲਾ ਹੀ ਹਾਫਿਜ਼ ਆ, ਅਸੀਂ ਹਕੂਮਤ ਨੂੰ ਕੀ ਕਹਿਣਾ, ਗਰੀਬ ਕਿਸਾਨ ਆ। ਠੀਕ ਆ, ਅਸੀਂ ਹਕੂਮਤ ਨੂੰ ਨਹੀਂ ਕੁਝ ਕਹਿ ਸਕਦੇ, ਲੇਕਿਨ ਇਹ ਕਹਿ ਸਕਦੇ ਆ ਕਿ ਆ ਵੀਡੀਓ ਅਗਰ ਸਾਡੀ ਤੁਹਾਡੇ ਤੱਕ ਪਹੁੰਚਦੀ ਆ ਤੇ ਉਹਦਾ ਚੈੱਕ ਕਰੋ ਕਿ ਕੱਲ ਭਾਈ ਉਹਨਾਂ ਜਿੱਦਾਂ ਦੱਸਿਆ ਕਿ ਸਾਨੂੰ 24 ਘੰਟੇ ਹੋ ਗਏ ਨੇ ਇੱਥੇ ਆਇਆਂ ਨੂੰ, ਤੇ ਨਾ ਰਾਤ ਸਕੂਨ ਕੀਤਾ, ਸਵੇਰ ਦੇ ਲੱਗੇ ਆ। ਅੱਜ ਜਿਹੜਾ ਖੁੱਲ੍ਹ ਖਲਾਈ ਆ ਇਹ ਵੀ ਤੁਹਾਡੇ ਸਾਹਮਣੇ ਆ, ਜਿਹੜੀ ਚੀਜ਼ ਟੁੱਟੀ ਉਹ ਵੀ ਤੁਹਾਨੂੰ ਵਿਖਾਈ ਆ, ਜਿਸ ਵਜ੍ਹਾ ਕਰਕੇ ਆਪਣਾ ਹਕੂਮਤ ਨੂੰ ਅਸੀਂ ਬਲੇਮ ਨਹੀਂ ਦਾਂਗੇ, ਲੇਕਿਨ ਇਹ ਕਿ ਹਕੂਮਤ ਕੋਈ ਥੋੜਾ ਜਿਹਾ ਕੋਈ ਜ਼ਿਮੀਂਦਾਰਾਂ ਵਾਸਤੇ ਕੋ ਕਰੇ, ਕੋ ਵਾਧਾ ਘਾਟਾ ਜ਼ਿਮੀਂਦਾਰਾਂ ਵਾਸਤੇ ਸੋਚੇ। ਅਗਰ ਉਹਨਾਂ ਸਾਨੂੰ ਗੰਦਮ ਦਾ ਰੇਟ ਨਹੀਂ ਦਿੱਤਾ ਤੇ ਕਮ ਅਜ਼ ਕਮ ਸਾਡੀ ਮੂੰਜੀ ਦੇ ਬਾਰੇ ਜਿਹੜੇ ਲੋਕ ਜ਼ਿਮੀਂਦਾਰ ਭਰਾ ਲਾਉਂਦੇ ਨੇ ਉਹਨਾਂ ਬਾਰੇ ਥੋੜਾ ਸੋਚਿਆ ਜਾਵੇ। ਨਾਲੇ ਭਾਈ ਹੁਣ ਮੈਂ ਤੇ ਸਮਝਦਾ ਵਾਂ ਮੂੰਜੀ ਵੀ ਲਾਉਣਾ ਜਿਹੜਾ ਨਾ, ਜਿੱਦਾਂ ਕਿਸਾਨ ਕਹ ਲੋ ਕੋਈ ਬੰਦਾ ਵੀ ਆ ਉਹਦੇ ਕੋ ਕਾਬੂ ਸ਼ਾਇਦ ਨਾ ਆਉਣ ਡਈ ਹੋਵੇ ਤੇ ਜੀ ਭਿਆਣਾ, ਜਿੱਦਾਂ ਕਹਿੰਦਾ ਆ ਜੀ ਭਿਆਣੇ ਵਾਲਾ ਕੰਮ ਹੀ ਆ ਨਾ, ਵੀ ਨਾ ਕੱਦੂ ਚੱਜ ਨਾ ਹੋਣਾ, ਜਦੋਂ ਪੈਲੀ ਚੱਜ ਨਾ ਨਹੀਂ ਬਣਨੀ ਤੇ ਫਿਰ ਝੋਨਾ ਵੀ ਉੱਥੇ ਵੀ ਕੀ ਹੋਣਾ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਰੰਧਾਵਾ ਸਾਹਿਬ, ਲੇਕਿਨ ਗੱਲ ਇਹ ਆ ਕਿ ਭਾਈ ਜਾਨ ਹੁਣ ਮਜਬੂਰੀ ਦਾ ਨਾਂ ਸ਼ੁਕਰੀਆ। ਹਾਂ, ਵੀ ਲੋਕ ਬਸ ਕਹਿ ਲੋ ਵੀ ਤਰਲਾ, ਜਿਹਨੂੰ ਕਹਿੰਦੇ ਤਰਲਾ ਲੈਣ ਡਏ ਆ। ਤਰਲਾ ਲੈਣ ਡਏ ਆ ਹੁਣ ਕੀ ਇਹਦੇ ਵਿੱਚੋਂ ਖੱਟਣਾ ਵਾ? ਮੇਰੇ ਹਿਸਾਬ ਨਾਲ ਦਿਲ ਕਰੇ 50,000 ਦਾ ਟਰੈਕਟਰ ਤੇਲ ਹੀ ਖਾ ਗਏ ਹੁਣ ਕੱਲ ਦੇ। ਬਿਲਕੁਲ ਇਸੇ ਤਰ੍ਹਾਂ 5 ਟਰੈਕਟਰ ਹੈਗੇ, ਕਿੱਥੋਂ ਤੁਰੇ ਨੇ ਤੇ ਕਿੱਥੋਂ ਤੱਕ ਫਸੇ, ਹਲੇ ਵੀ ਕਹਿ ਲੋ ਵੀ ਤੁਹਾਡਾ ਪ੍ਰੋਸੀਜਰ ਹਲੇ ਸ਼ੁਰੂ ਹੋਣ ਵਾਲਾ ਵਾ, ਸ਼ੁਰੂ ਵੀ ਬਾਹਰ ਕੱਢ ਕੇ ਪੱਧਰੇ ਲਿਆਉਣੇ, ਇੱਕ ਵਾਰ ਜਾਨ ਛਡਾਉਣੀ। ਇਹ ਸਾਨੂੰ ਗੁਜ਼ਰ ਗਏ ਨੇ, ਅਜੇ ਵੀ ਅਸੀਂ ਆਪਣੇ ਮੰਜ਼ਿਲ ਤੇ ਨਹੀਂ ਪਹੁੰਚੇ, ਅਜੇ ਵੀ ਟਾਈਮ ਹੈਗਾ ਪਿੱਛੇ, ਪਤਾ ਨਹੀਂ 2 ਘੰਟੇ ਲੱਗਦੇ, ਘੰਟਾ ਲੱਗਦਾ, ਅੱਧਾ ਘੰਟਾ ਲੱਗਦਾ, ਕਿਦੋਂ ਆਪਣਾ ਇਹ ਟਾਈਮ ਲੱਗਣਾ ਵਾ, ਕਿਦੋਂ ਜਾ ਕੇ ਅਸੀਂ ਆਪਣਾ ਇੱਥੋਂ ਸਾਡੀ ਜਾਨ ਛੁੱਟੀ। ਲਓ ਜੀ ਦੋਸਤੋ, ਇਹ ਕਿਸਾਨਾਂ ਦੀ ਦਾਸਤਾਨ ਸੀ ਜਿਹੜੀ ਸੁਣਾਈ ਆ, ਔਰ ਦਾਸਤਾਨ ਤੇ ਬੜੀ ਦੁਖੀ ਆ, ਬੰਦਾ ਹੁਣ ਕੀ ਕਰ ਸਕਦਾ। ਇਹ ਆ ਵੀ ਕੁਛ ਰੱਬ ਦੇ ਕੰਮਾਂ ਗਾੜੀ ਵੀ ਕੋਈ ਹੋਰ ਨਹੀਂ, ਕੁਛ ਘੁੰਮਣ ਦੇ ਗਾੜੀ ਤੇ ਬਿਲਕੁਲ ਹੀ ਹੋਰ ਕੋਈ ਨਹੀਂ। ਬਾਕੀ ਲਓ ਜੀ ਦੋਸਤੋ, ਇਹ ਇਨਫੋਰਮੇਸ਼ਨ ਸੀ, ਅਗਰ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਚੈਨਲ ਤੇ ਨਵੇਂ ਤੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ। ਓਕੇ, ਅੱਲਾ ਹਾਫਿਜ਼।